ਅਟਲ ਭਇਓ ਤਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਲੋ ਹਜ਼ੂਰ ਕਹਿੰਦੇ ਨੇ ਅਟਲ ਭਇਓ ਤਰੂ ਜਾ ਕੈ ਸਿਮਰਨ। ਵੇਖ ਲੋ ਤਰੂ ਭਗਤ ਉਤਾਨ ਪਦ ਰਾਜੇ ਦਾ ਪੁੱਤਰ ਸੀ, ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਉਹ ਵੀ ਅਟਲ ਹੋ ਗਿਆ। ਔਰ ਨਿਰਭੈ ਪਦ ਪਾਇਆ ਤੇ ਉਸਨੇ ਨਿਰਭੈ ਪਦਵੀ ਨੂੰ, ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ। ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਐ ਮਨਾ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਉਹ ਇਸ ਤਰ੍ਹਾਂ ਦਾ ਮਾਲਕ ਹੈ ਵਾਹਿਗੁਰੂ ਜੋ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਤੈਂ ਕਾਹੇ ਬਿਸਰਾਇਆ, ਤੇ ਤੂੰ ਉਸ ਨੂੰ ਕਿਉਂ ਭੁਲਾਇਆ ਹੋਇਆ। ਤੈਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। ਲੈ ਹੋਰ ਸੁਣ, ਜਬ ਹੀ ਸਰਣ ਗਹੀ ਕਿਰਪਾ ਨਿਧ ਗਜ ਗਰਾਹਾ ਤੇ ਛੂਟਾ। ਲੋ ਇੱਕ ਹਾਥੀ ਸੀ ਔਰ ਉਹ ਦੱਸਦੇ ਨੇ ਦਰਿਆ ਵਿੱਚ ਇਸ਼ਨਾਨ ਕਰਨ ਵਾਸਤੇ ਵੜਿਆ ਤੇ ਉਸ ਨੂੰ ਇੱਕ ਤੰਦੂਏ ਨੇ ਤਾਰਾਂ ਪਾ ਕੇ ਪਕੜ ਲਿਆ ਤੇ ਉਸ ਡੁੱਬਦੇ ਹੋਏ ਹਾਥੀ ਨੇ ਇੱਕ ਕੋਈ ਦਰਿਆ ਵਿੱਚ ਫੁੱਲ ਤਰਿਆ ਆ ਰਿਹਾ ਸੀ ਤੇ ਸੁੰਡ ਵਿੱਚ ਫੁੱਲ ਪਕੜ ਕੇ ਅਰਦਾਸ ਕੀਤੀ, ਹੈ ਵਾਹਿਗੁਰੂ ਤੂੰ ਮੈਨੂੰ ਬਚਾ। ਉਸੇ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆ ਕੇ ਉਸ ਹਾਥੀ ਦੀ ਸਹਾਇਤਾ ਕੀਤੀ ਸੀ। ਤੰਦੂਏ ਦੀਆਂ ਤਾਰਾਂ ਕੱਟ ਕੇ ਉਸ ਹਾਥੀ ਨੂੰ ਡੁੱਬਣ ਤੋਂ ਬਚਾਇਆ ਸੀ। ਇਹ ਵੀ ਇੱਕ ਬੜੀ ਪੁਰਾਣੀ ਉਦਾਹਰਣ ਹੈ। ਸਤਿਗੁਰੂ ਕਹਿੰਦੇ ਨੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ। ਗਜ ਦਾ ਅਰਥ ਹੈ ਹਾਥੀ, ਗਰਾਹ ਦਾ ਅਰਥ ਹੈ ਤੰਦੂਆ। ਜਦੋਂ ਹਾਥੀ ਨੇ ਉਸ ਕਿਰਪਾ ਦੇ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲਈ, ਡੁੱਬਦੇ ਹਾਥੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਉਹ ਹਾਥੀ ਤੰਦੂਏ ਤੋਂ ਛੁੱਟ ਗਿਆ। ਇਸ ਢੰਗ ਦੇ ਨਾਲ ਜੇ ਤੂੰ ਵੀ ਵਾਹਿਗੁਰੂ ਦਾ ਨਾਮ ਜਪੇਂਗਾ, ਤੇਰੀ ਵੀ ਵਾਹਿਗੁਰੂ ਰੱਖਿਆ ਕਰ ਸਕਦਾ ਹੈ। ਮਹਿਮਾ ਨਾਮ ਕਹਾਂ ਲੋ ਬਰਨੋ RAM ਕਹਿਤ ਬੰਧਨ ਤੇਹ ਟੂਟਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਈ ਉਦਾਹਰਣਾਂ ਦੇ ਕੇ ਮਨ ਨੂੰ ਵਾਹਿਗੁਰੂ ਦੇ ਸਿਮਰਨ ਦੀ ਮਹਿਮਾ ਸਮਝਾ ਰਹੇ ਹਨ। ਮਹਿਮਾ ਨਾਮ ਕਹਾਂ ਲੋ ਬਰਨੋ, ਐ ਮਨਾ ਉਸ ਨਾਮ ਦੀ ਮਹਿਮਾ ਕਿੱਥੋਂ ਤੱਕ ਵਰਣਨ ਕਰੀਏ। ਨਾਮ ਦੀ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। RAM ਕਹਿਤ ਬੰਧਨ ਤਹਿ ਟੂਟਾ। ਜਦੋਂ ਡੁੱਬਦੇ ਹਾਥੀ ਨੇ ਵਾਹਿਗੁਰੂ ਦਾ ਨਾਮ ਜਪਿਆ, ਹੇ RAM, ਹੇ ਵਾਹਿਗੁਰੂ ਮੈਨੂੰ ਬਚਾ, ਤੇ ਉਸੇ ਵੇਲੇ ਉਹਦਾ ਬੰਧਨ ਟੁੱਟ ਗਿਆ। ਉਸ ਵਾਹਿਗੁਰੂ ਪਰਮੇਸ਼ਰ ਨੇ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਤੇ ਹਾਥੀ ਨੂੰ ਮਰਨ ਤੋਂ ਬਚਾ ਲਿਆ ਸੀ। ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਜੇ ਤੂੰ ਆਖੇ ਮੈਂ ਤੇ ਪਾਪੀ ਹਾਂ, ਮੈਂ ਕਿਵੇਂ ਬਖਸ਼ਿਆ ਜਾਵਾਂਗਾ, ਤਾਂ ਹਜ਼ੂਰ ਕਹਿੰਦੇ ਅਜਾਮਲ। ਇਹ ਕਨੌਜ ਦਾ ਬ੍ਰਾਹਮਣ ਸੀ। ਵਿਸ਼ਵਾ ਦੀ ਸੰਗਤ ਕਰਕੇ ਇਹ ਧਰਮ ਭ੍ਰਸ਼ਟ ਹੋ ਗਿਆ। ਅਜਾਮਲ ਵੇਖ ਲੋ ਪਾਪੀ ਸੀ। ਸਾਰੇ ਸੰਸਾਰ ਦੇ ਵਿੱਚ ਅਜਾਮਲ ਪਾਪੀ ਕਰਕੇ ਜਾਣਿਆ ਜਾਂਦਾ ਸੀ। ਨਿਮਖ ਮਾਹੇ ਨਿਸਤਾਰਾ, ਪਰ ਵਾਹਿਗੁਰੂ ਦੇ ਨਾਮ ਨੇ ਉਸ ਅਜਾਮਲ ਦਾ ਵੀ ਇੱਕ ਅੱਖ ਦੇ ਫੋਰੇ ਵਿੱਚ ਹੀ ਉਧਾਰ ਕਰ ਦਿੱਤਾ। ਉਹਦੀ ਵੀ ਸਾਖੀ ਕਈ ਵਾਰੀ ਤੁਸੀਂ ਸੁਣੀ ਹੋਵੇਗੀ ਕਿ ਇਹ ਅਜਾਮਲ ਜਦੋਂ ਧਰਮ ਤੋਂ ਭ੍ਰਸ਼ਟ ਹੋਇਆ, ਰਾਜ ਪੰਡਤ ਸੀ, ਇਸ ਨੂੰ ਰਾਜ ਪਦਵੀ ਤੋਂ ਇਸ ਨੂੰ ਅੱਗੇ ਹਟਾ ਦਿੱਤਾ ਗਿਆ। ਹੁਣ ਵੇਸਵਾ ਨੂੰ ਨਾਲ ਲੈ ਕੇ ਜੰਗਲ ਵਿੱਚ ਰਹਿਣ ਲੱਗਿਆ। ਜਾਨਵਰ ਮਾਰ ਕੇ, ਸ਼ਿਕਾਰ ਖੇਡ ਕੇ ਇਸ ਤਰ੍ਹਾਂ ਦਾ ਇਹ ਆਪਣਾ ਜੀਵਨ ਬਤੀਤ ਕਰ ਰਿਹਾ ਸੀ। ਅਚਾਨਕ ਕੋਈ ਸਾਧੂ ਘਰ ਆਏ। ਜਿਹੜੀ ਇਹਦੇ ਘਰ ਵਾਲੀ ਸੀ ਵਿਸ਼ਵਾ, ਉਸਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਸਾਡੇ ਪਾਪੀਆਂ ਦਾ ਵੀ ਉਧਾਰ ਕਰੋ। ਉਹ ਕਹਿਣ ਲੱਗੇ ਤੁਸੀਂ ਵਾਹਿਗੁਰੂ ਦਾ ਨਾਮ ਜਪੋ। ਕਹਿੰਦੇ ਸਾਥੋਂ ਨਾਮ ਜਪਿਆ ਨਹੀਂ ਜਾਂਦਾ। ਮਹਾਂਪੁਰਖ ਕਹਿਣ ਲੱਗੇ ਤੁਹਾਡੇ ਕਿੰਨੇ ਪੁੱਤਰ ਨੇ? ਸਾਡੇ 6 ਪੁੱਤਰ ਨੇ, 7ਵਾਂ ਹੋਣ ਵਾਲਾ। ਕਹਿਣ ਲੱਗੇ ਅੱਛਾ, ਜਿਹੜਾ 7ਵਾਂ ਪੁੱਤਰ ਹੋਵੇਗਾ ਉਹਦਾ ਨਾਮ ਨਾਰਾਇਣ ਰੱਖਿਓ। ਕਹਿਣ ਲੱਗੇ ਮਹਾਰਾਜ ਸਤ ਬਚਨ। ਗੱਲ ਤਾਂ ਨਾਮ ਨਾਲ ਜੋੜਨ ਦੀ ਸੀ। ਤੇ ਜਦੋਂ ਇਹਨਾਂ ਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ, ਛੋਟਾ ਪੁੱਤਰ ਪਿਆਰਾ ਸੀ, ਇੱਕ ਉਸਦਾ ਨਾਮ ਵੀ ਮਹਾਂਪੁਰਖਾਂ ਦੀ ਰਸਨਾ ਤੋਂ ਰੱਖਿਆ ਗਿਆ ਸੀ। ਇਸ ਲਈ ਹਰ ਵੇਲੇ ਨਾਰਾਇਣ ਨਾਰਾਇਣ ਜਪਣ ਲੱਗੇ।
ਜਦੋਂ ਅੰਦਾ ਸਮਾਂ ਆਇਆ ਅਜਾ ਮਲ ਨੇ ਨਾਰਾਇਣ ਨਾਰਾਇਣ ਜਪਿਆ ਤਾਂ ਉਸ ਵੇਲੇ ਵਾਹਿਗੁਰੂ ਨੇ ਉਹਦੀ ਆ ਕੇ ਰੱਖਿਆ ਕੀਤੀ। ਇਸੇ ਲਈ ਹਜ਼ੂਰ ਕਹਿੰਦੇ ਨੇ ਅਜਾ ਮਲ ਪਾਪੀ ਜਗ ਜਾਣੇ। ਅਜਾ ਮਲ ਵੇਖ ਲੋ ਸਾਰੇ ਸੰਸਾਰ ਦੇ ਵਿੱਚ ਪਾਪੀ ਜਾਣਿਆ ਗਿਆ, ਪਰ ਵੇਖ ਲੋ ਇੱਕ ਅੱਖ ਦੇ ਫੋਰੇ ਵਿੱਚ ਹੀ ਉਸ ਦਾ ਵਾਹਿਗੁਰੂ ਨੇ ਉਧਾਰ ਕਰ ਦਿੱਤਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰਹਿ ਪਾਰਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਐ ਮਨਾ ਤੂੰ ਵੀ ਉਸ ਚਿੰਤਾਮਣੀ ਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ। ਇੱਕ ਚਿੰਤਾਮਣੀ ਹੁੰਦੀ ਹੈ, ਜਿਸ ਦੇ ਕੋਲੋਂ ਚਿੰਤਾਮਣੀ ਆ ਜਾਵੇ ਉਹ ਜੋ ਵੀ ਚਿਤਵਨੀ ਕਰੇ, ਜੋ ਵੀ ਇੱਛਾ ਕਰੇ ਉਹ ਪੂਰੀ ਹੋ ਜਾਂਦੀ ਹੈ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ। ਕੋਈ ਜ਼ਿਮੀਂਦਾਰ ਸੀ, ਉਹ ਆਪਣੇ ਖੇਤ ਵਿੱਚ ਹਲ ਵਾਹ ਰਿਹਾ ਸੀ ਤੇ ਫਿਰ ਜਦੋਂ ਦੁਪਹਿਰ ਦਾ ਸਮਾਂ ਹੋਇਆ ਤਾਂ ਦੱਸਦੇ ਨੇ ਉਹ ਇੱਕ ਖੇਤ ਵਿੱਚ ਛੋਟੀ ਜਿਹੀ ਕਿੱਕਰ ਸੀ, ਉਹਦੀ ਕਿੱਕਰ ਦੀ ਛਾਂ ਹੇਠ ਆ ਕੇ ਬੈਠਾ ਤੇ ਜਿਵੇਂ ਆਮ ਮਨੁੱਖ ਦਾ ਸੁਭਾਅ ਹੁੰਦਾ ਹੈ ਵੀ ਇਹਦੇ ਹੱਥ ਨਿਚਰੇ ਨਹੀਂ ਰਹਿੰਦੇ, ਉੱਥੇ ਉਹ ਜ਼ਮੀਨ ਪੁੱਟਣ ਲੱਗ ਪਿਆ। ਧਰਤੀ ਪੁੱਟਦਿਆਂ ਪੁੱਟਦਿਆਂ ਕੀ ਵੇਖਦਾ ਹੈ ਵੀ ਹੇਠੋਂ ਇੱਕ ਗਾਗਰ ਨਿਕਲੀ। ਜਦੋਂ ਉਸ ਗਾਗਰ ਨੂੰ ਖੋਲ੍ਹਿਆ ਉਹਦੇ ਵਿੱਚੋਂ ਚਿੰਤਾਮਣੀ ਨਿਕਲੀ ਤੇ ਉਹ ਕੋ ਲਾਲ ਜੀ ਕਿਸਮ ਦਾ ਮਣਕਾ ਸੀ, ਜਿਸ ਨੂੰ ਚਿੰਤਾਮਣੀ ਆਖਿਆ ਜਾਂਦਾ ਹੈ। ਉਹ ਜੱਟ ਦੇ ਹੱਥ ਵਿੱਚ ਆ ਗਈ, ਪਰ ਉਸ ਨੂੰ ਪਤਾ ਨਹੀਂ ਸੀ ਇਹ ਚਿੰਤਾਮਣੀ ਹੈ। ਬੈਠਿਆਂ ਬੈਠਿਆਂ ਉਸਨੇ ਫੁਰਨਾ ਕੀਤਾ ਵੀ ਇਹ ਕਿੱਕਰ ਦੀ ਛਾਂ ਤੇ ਬੜੀ ਸਿੱਧੀ ਜੀ ਹੈ, ਡੱਬ ਖੜੱਬੀ ਜੀ ਹੈ। ਜੇ ਇੱਥੇ ਕਿਧਰੇ ਸੁੰਦਰ ਬਾਗ ਲੱਗ ਜਾਵੇ ਤੇ ਸੋਹਣੇ ਸ਼ਾਨਦਾਰ ਬੂਟੇ ਵੀ ਹੋਣ ਤੇ ਫਲਾਂ ਵਾਲੇ ਵੀ ਬੂਟੇ ਹੋਣ ਤੇ ਫਿਰ ਇੱਥੇ ਆਨੰਦ ਆ ਜਾਵੇ। ਬਸ ਇੱਛਾ ਹੋਈ, ਫੁਰਨਾ ਉੱਠਿਆ, ਉਸੇ ਵੇਲੇ ਸੁੰਦਰ ਬਾਗ ਲੱਗ ਗਿਆ। ਫਿਰ ਮਨ ਵਿੱਚ ਇਹਦੀ ਖਿਆਲ ਆਇਆ, ਕਹਿਣ ਲੱਗਾ ਜੇ ਹੁਣ ਇੱਥੇ ਇੱਕ ਤਾਲਾਬ ਵੀ ਹੋਵੇ, ਪੂਲ ਵੀ ਹੋਵੇ, ਉਹਦੇ ਵਿੱਚ ਇਸ਼ਨਾਨ ਕਰੀਏ। ਉਹ ਸਰੋਵਰ ਵੀ ਬਣ ਗਿਆ, ਤਲਾਬ ਵੀ ਬਣ ਗਿਆ, ਕਿਉਂਕਿ ਚਿੰਤਾਮਣੀ ਕੋਲ ਸੀ। ਫਿਰ ਇਹਦੇ ਮਨ ਦੇ ਵਿੱਚ ਇਹ ਇੱਛਾ ਹੋਈ ਵੀ ਜੇ ਇੱਥੇ ਮੈਨੂੰ ਇੱਕ ਬੇੜੀ ਮਿਲ ਜਾਵੇ ਤੇ ਮੈਂ ਬੇੜੀ ਤੇ ਚੜ੍ਹ ਕੇ ਇਸ ਸਰੋਵਰ ਦੇ ਵਿੱਚ ਸੈਰ ਕਰਾਂ। ਉਹ ਬੇੜੀ ਵੀ ਆ ਗਈ। ਹੁਣ ਇਹ ਬੇੜੀ ਤੇ ਚੜ੍ਹ ਕੇ ਜੱਟ ਉਸ ਪੂਲ ਦੇ ਵਿੱਚ ਸੈਰ ਕਰ ਰਿਹਾ ਹੈ ਔਰ ਉਹਦੇ ਸਰੋਵਰ ਦੇ ਕਿਨਾਰੇ ਤੇ ਕਾਂ ਆ ਕੇ ਬੈਠਾ ਤੇ ਉਹ ਲੱਗਿਆ ਉਸ ਸਰੋਵਰ ਦੇ ਵਿੱਚੋਂ ਪਾਣੀ ਪੀਣ। ਉਸ ਜ਼ਿਮੀਂਦਾਰ ਨੇ ਉਸ ਕਾਂ ਨੂੰ ਵੇਖ ਕੇ ਆਖਿਆ, ਕਹਿਣ ਲੱਗਾ ਓਏ ਕਾਵਾਂ, ਤੂੰ ਮੇਰੇ ਸਰੋਵਰ ਤੋਂ ਪਾਣੀ ਨਹੀਂ ਪੀ ਸਕਦਾ, ਤੂੰ ਮੇਰੇ ਸਰੋਵਰ ਦਾ ਪਾਣੀ ਜੂਠਾ ਕਰ ਰਿਹਾ, ਇੱਥੋਂ ਉੱਡ ਜਾ, ਕਿਧਰੇ ਹੋਰ ਜਾ ਕੇ ਪਾਣੀ ਪੀ। ਤੇ ਉਹ ਕਾਂ ਢੀਠ ਹੁੰਦਾ, ਉਹ ਨਾ ਉੱਡਿਆ। ਉਸਨੇ ਬਥੇਰੇ ਹੱਥ ਵੀ ਹਿਲਾਏ, ਪੱਲੇ ਵੀ ਮਾਰੇ, ਪਰ ਉਹ ਨਾ ਉੱਡਿਆ। ਅਖੀਰ ਇਸ ਨੂੰ ਪਤਾ ਨਹੀਂ ਸੀ, ਇਹਨੇ ਉਹ ਜਿਹੜੀ ਚਿੰਤਾਮਣੀ ਸੀ ਆਪਣੀ ਜੇਬ ਦੇ ਵਿੱਚ ਪਾਈ ਜਾਂ ਪੱਲੇ ਬੰਨੀ, ਉਹ ਖੋਲ ਕੇ ਕਾਂ ਦੇ ਵੱਲ ਚਲਾ ਕੇ ਮਾਰੀ। ਜਦੋਂ ਚਿੰਤਾਮਣੀ ਹੱਥੋਂ ਨਿਕਲ ਗਈ, ਉਸੇ ਵੇਲੇ ਉਹੀ ਸੁੱਕੀ ਕਿੱਕਰ ਹੈ ਤੇ ਉਹਦੇ ਹੇਠਾਂ ਡੱਬ ਖੜੱਬੀ ਛਾਂ ਦੇ ਵਿੱਚ ਬੈਠਾ ਚੋਰਨ ਲੱਗਿਆ ਵੀ ਆਹ ਕੀ ਗੱਲ ਬਣੀ, ਕਿੱਥੇ ਇੰਨਾ ਸੁੱਖ, ਇੰਨਾ ਆਨੰਦ, ਤੇ ਹੁਣ ਸਭ ਕੁਝ ਹੀ ਕਿੱਧਰ ਚਲਿਆ ਗਿਆ। ਪਰ ਉਸ ਨੂੰ ਪਤਾ ਨਹੀਂ ਸੀ ਇਹ ਚਿੰਤਾਮਣੀ ਦੀ ਕਰਾਮਾਤ ਹੈ। ਇੱਥੇ ਸਤਿਗੁਰੂ ਨਾਮ ਨੂੰ ਚਿੰਤਾਮਣੀ ਕਹਿ ਰਹੇ ਹਨ। ਨਾਨਕ ਕਹਿਤ ਚੇਤ ਚਿੰਤਾ ਮਨ। ਐ ਮਨ ਤੂੰ ਉਸ ਚਿੰਤਾਮਣੀ, ਮਨ ਦੀਆਂ ਚਿਤਵਨੀਆਂ ਨੂੰ ਪੂਰੀਆਂ ਕਰਨ ਵਾਲੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ ਅਥਵਾ ਵਾਹਿਗੁਰੂ ਦਾ ਨਾਮ ਹੈ। ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਭਗਤੀ ਰੂਪੀ ਚਿੰਤਾਮਣੀ ਨੂੰ ਚੇਤੇ ਕਰ। ਤੈਂ ਵੀ ਉਤਰਹਿ ਪਾਰਾ, ਤੇ ਤੂੰ ਵੀ ਭਵ ਸਾਗਰ ਤੋਂ ਪਾਰ ਉਤਰ ਸਕਦਾ ਹੈ। ਸੋਰਠ ਮਹੱਲਾ ਨਾਵਾਂ ਪ੍ਰਾਨੀ ਕੌਣ ਉਪਾਉ ਕਰੈ। ਲੋ ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਕੁਝ ਜਿਗਿਆਸੂਆਂ ਨੇ ਸਵਾਲ ਕੀਤੇ ਤੇ ਉਹਨਾਂ ਦਾ ਗੁਰੂ ਮਹਾਰਾਜ ਅੱਗੇ ਜਵਾਬ ਦੇਣਗੇ। ਪ੍ਰਾਨੀ ਕੌਣ ਉਪਾਉ ਕਰੇ, ਇਹ ਸਵਾਲ ਹੈ। ਇਹ ਪ੍ਰਾਣਾ ਤਾਰੇ ਜੀਵ ਕਿਹੜਾ ਉਪਾਉ ਕਰੇ, ਕਿਹੜਾ ਯਤਨ ਕਰੇ। ਜਾਂ ਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਜਿਸ ਕਰਕੇ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨੂੰ ਪ੍ਰਾਪਤ ਕਰ ਲਵੇ ਤੇ ਨਾਲ ਜਮਾਂ ਦਾ ਡਰ ਵੀ ਇਸ ਦਾ ਨਾਸ ਹੋ ਜਾਵੇ।
ਇਹੋ ਜਿਹਾ ਕਿਹੜਾ ਯਤਨ ਹੈ, ਕਿਹੜਾ ਸਾਧਨ ਹੈ ਜੋ ਇਹ ਜੀਵ ਕਰੇ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਕੌਣ ਕਰਮ ਵਿਦਿਆ ਕਹੋ ਕੈਸੇ, ਧਰਮ ਕੌਣ ਫੋਨ ਕਰੇ। ਉਹ ਕਿਹੜਾ ਕਰਮ ਹੈ ਤੇ ਉਹ ਕਿਹੜੀ ਵਿਦਿਆ ਹੈ, ਕਿਹੜਾ ਹੁਨਰ ਹੈ, ਕਿਹੜੀ ਕਲਾ ਹੈ। ਧਰਮ ਕੌਣ ਫੋਨ ਕਰੇ, ਉਹ ਕਿਹੜਾ ਧਰਮ ਹੈ, ਉਹ ਐਸਾ ਕਿਹੜਾ ਧਰਮ ਦਾ ਕਰਮ ਹੈ ਵੀ ਜਿਸ ਨੂੰ ਇਹ ਜੀਵ ਕਰੇ ਤੇ ਇਹਨੂੰ ਵਾਹਿਗੁਰੂ ਦੀ ਭਗਤੀ ਵੀ ਮਿਲ ਜਾਵੇ ਤੇ ਜਮਾਂ ਦਾ ਡਰ ਵੀ ਨਾਸ ਹੋ ਜਾਵੇ। ਇਹ ਜਿਗਿਆਸੂ ਵੱਲੋਂ ਸਵਾਲ ਨੇ। ਹੁਣ ਇਹਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਾ ਕੇ ਸਮਾਧਾਨ ਕਰਨਗੇ। ਕੌਣ ਨਾਮ ਗੁਰ ਜਾ ਕੈ ਸਿਮਰੈ, ਭਵ ਸਾਗਰ ਕਉ ਤਰੇ। ਉਹ ਕਿਹੜਾ ਗੁਰੂ ਦਾ ਨਾਮ ਹੈ ਜਿਸ ਨੂੰ ਸਿਮਰ ਕੇ ਜੀਵ ਭਵ ਸਾਗਰ ਤੋਂ ਵੀ ਤਰ ਜਾਵੇ। ਇਹ ਸਵਾਲ ਨੇ। ਇਹ ਪ੍ਰਾਣੀ ਕਿਹੜਾ ਯਤਨ ਕਰੇ ਜਿਸ ਦੇ ਨਾਲ ਵਾਹਿਗੁਰੂ ਦੀ ਭਗਤੀ ਮਿਲ ਜਾਵੇ ਤੇ ਜਮਾਂ ਦਾ ਡਰ ਵੀ ਹਟ ਜਾਵੇ। ਉਹ ਕਿਹੜਾ ਕਰਮ ਹੈ, ਕਿਹੜੀ ਵਿਦਿਆ ਹੈ ਤੇ ਕਿਹੜਾ ਧਰਮ ਹੈ, ਕਿਹੜਾ ਗੁਰੂ ਦਾ ਨਾਮ ਹੈ ਜਿਸ ਨੂੰ ਜਪ ਕੇ ਭਵ ਸਾਗਰ ਤੋਂ ਤਰ ਜਾਵੇ। ਲਓ ਹੁਣ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗਤ ਪਾਵੈ। ਇਸ ਕਲਯੁਗ ਦੇ ਵਿੱਚ ਤਾਂ ਉਸ ਕਿਰਪਾ ਦੇ ਖਜ਼ਾਨੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਹੀ ਨਾਮ ਹੈ। ਜਾਹੇ ਜਪੈ ਗਤ ਪਾਵੈ, ਜਿਸ ਨੂੰ ਜਪ ਕੇ ਜੀਵ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਹੋਰ ਕਿਸੇ ਦੇਵੀ ਦੇਵਤੇ ਦਾ ਨਾਮ ਜਪ ਕੇ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਦੇਵੀ ਦੇ ਬਾਰੇ ਭਗਤ ਪੀਪਾ ਜੀ ਨੇ ਲਿਖਿਆ ਹੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਸ਼ਬਾਨੀ। ਦੇਵੀ ਦੇਵਤੇ ਮੁਕਤੀ ਨਹੀਂ ਦੇ ਸਕਦੇ, ਹੋਰ ਚੀਜ਼ਾਂ ਦੇ ਸਕਦੇ ਹਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਇਸ ਕਲਯੁਗ ਦੇ ਵਿੱਚ ਤਾਂ ਉਸ ਕਿਰਪਾ ਨਿਧ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦਾ ਇੱਕ ਨਾਮ ਹੀ ਹੈ ਜਿਸ ਨੂੰ ਜਪ ਕੇ ਤੂੰ ਮੁਕਤੀ ਪ੍ਰਾਪਤ ਕਰ ਸਕਦਾ ਹੈ। ਔਰ ਧਰਮ ਤਾਕੈ ਸਮ ਨਾਹਨ, ਇਹ ਬਿਦ ਬੇਦ ਬਤਾਵੈ। ਉਸ ਨਾਮ ਦੇ ਬਰਾਬਰ ਹੋਰ ਕੋਈ ਧਰਮ ਕਰਮ ਤੇ ਵਿਦਿਆ ਹੁਨਰ ਨਹੀਂ ਹੈ। ਇਹ ਬੇਦ ਬਤਾਵੈ, ਇਹ ਵਿਧੀ, ਇਹ ਤਰਕੀਬ ਵੀ ਵੇਦ ਜੋ ਧਰਮ ਗ੍ਰੰਥ ਹੈ ਉਹ ਵੀ ਇਹ ਗੱਲ ਆਖਦਾ ਹੈ ਬਈ ਨਾਮ ਦੇ ਬਰਾਬਰ ਹੋਰ ਕੋਈ ਧਰਮ ਕਰਮ ਪੂਜਾ ਪਾਠ ਨਹੀਂ ਹੋ ਸਕਦਾ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ। ਧੰਨ ਗੁਰੂ ਅਰਜਨ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਗੁਸਾਈ ਪ੍ਰਿਥਵੀ ਦਾ ਮਾਲਕ ਆਖਿਆ ਜਾਂਦਾ ਹੈ। ਜਾ ਕੋ ਕਹਿਤ ਗੁਸਾਈ, ਜਿਸ ਨੂੰ ਸਾਰੀ ਧਰਤੀ ਦਾ, ਸਾਰੀ ਪ੍ਰਿਥਵੀ ਦਾ ਮਾਲਕ ਦੱਸਦੇ ਨੇ। ਸੁਖ ਦੁਖ ਰਹਿਤ, ਉਹ ਸੁੱਖਾਂ ਦੁੱਖਾਂ ਤੋਂ ਰਹਿਤ ਹੈ ਤੇ ਹਮੇਸ਼ਾ ਹੀ ਸਾਰਿਆਂ ਤੋਂ ਨਿਰਲੇਪ ਅਸੰਗ ਹੋ ਕੇ ਰਹਿੰਦਾ ਹੈ। ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਲੋ ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਵੀ ਵਸ ਰਿਹਾ ਹੈ। ਕਿਵੇਂ ਵਸ ਰਿਹਾ ਹੈ? ਨਿਰੰਤਰ, ਬਿਨਾਂ ਕਿਸੇ ਭੇਦ ਭਾਵ ਤੋਂ। ਇੱਕ ਰਸ ਜੋ ਸਾਰਿਆਂ ਅੰਦਰ ਵਸ ਰਿਹਾ ਉਹ ਤੇਰੇ ਅੰਦਰ ਵੀ ਵਸ ਰਿਹਾ ਹੈ। ਵਸ ਕਿਵੇਂ ਰਿਹਾ ਹੈ? ਨਾਨਕ ਦਰਪਣ ਨਿਆਈ। ਜਿਵੇਂ ਸ਼ੀਸ਼ੇ ਵਿੱਚ ਸਾਡਾ ਜਿਹੜਾ ਪਰਛਾਵਾਂ, ਸ਼ੀਸ਼ੇ ਵਿੱਚ ਸਾਡਾ ਚਿਹਰਾ ਵਸ ਰਿਹਾ ਹੁੰਦਾ ਹੈ। ਜਦੋਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜਦੇ ਹਾਂ ਵੀ ਉਹਦੇ ਵਿੱਚ ਸਾਡਾ ਪ੍ਰਤਿਬਿੰਬ, ਸਾਡਾ ਅੱਖ ਸਾਹਮਣੇ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਵਸ ਰਿਹਾ ਹੈ। ਇਹਦਾ ਸ਼ੀਸ਼ੇ ਦਾ ਦ੍ਰਿਸ਼ਟਾਂਤ ਗੁਰੂ ਮਹਾਰਾਜ ਨੇ ਇਸ ਲਈ ਦਿੱਤਾ ਹੈ ਵੀ ਜਿਹੜਾ ਸ਼ੀਸ਼ਾ ਹੁੰਦਾ ਹੈ, ਜਿੰਨਾ ਚਿਰ ਤੱਕ ਆਪਾਂ ਉਹਦੇ ਸਾਹਮਣੇ ਖੜੇ ਹੁੰਦੇ ਹਾਂ ਓਨਾ ਚਿਰ ਤੱਕ ਬਈ ਸਾਡਾ ਆਪਣਾ ਚਿਹਰਾ, ਮੋਹਰਾ, ਸਾਰਾ ਸਰੀਰ ਉਹਦੇ ਵਿੱਚ ਦਿਖਾਈ ਦਿੰਦਾ ਤੇ ਪਰ ਜਦੋਂ ਅਸੀਂ ਪਾਸੇ ਹਟ ਜਾਂਦੇ ਸ਼ੀਸ਼ਾ ਸਾਫ਼ ਹੋ ਜਾਂਦਾ ਔਰ ਉਹਦੇ ਵਿੱਚ ਕੋਈ ਸਾਡਾ ਚਿਹਨ ਚੱਕਰ, ਕੋਈ ਪ੍ਰਭਾਵ ਉਹਦੇ ਵਿੱਚ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਜਿਵੇਂ ਸ਼ੀਸ਼ੇ ਵਿੱਚ ਸਾਡਾ ਪਰਛਾਵਾਂ ਤੇ ਸਾਡਾ ਚਿਹਰਾ, ਮੋਹਰਾ, ਸਾਡਾ ਅਕਸ ਦਿਖਾਈ ਦਿੰਦਾ ਹੈ ਪਰ ਸ਼ੀਸ਼ਾ ਉਸ ਤੋਂ ਨਿਰਲੇਪ ਹੁੰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਵਾਸਤੇ ਇਸੇ ਤਰ੍ਹਾਂ ਰਿਹਾ ਹੈ ਜਿਵੇਂ ਸ਼ੀਸ਼ੇ ਵਿੱਚ ਸਾਡਾ ਆਭਾਸ ਤੇ ਸਾਡਾ ਉਹ ਪ੍ਰਤਿਬਿੰਬ ਹੁੰਦਾ ਹੈ ਪਰ ਰਹਿੰਦਾ ਉਹ ਨਿਰਲੇਪ ਹੈ।
ਸੋਠ ਮਹੱਲਾ ਨਾਵਾਂ। ਮਾਈ ਮੈਂ ਕਿਹ ਬਿਦ ਲਖੋਂ ਗੁਸਾਈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ। ਹੁਣ ਮਾਈ ਸ਼ਬਦ ਦੁਆਰਾ ਕਹਿ ਕੇ ਸਰਬੱਤ ਮਾਈ ਭਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਮਾਈ, ਹੇ ਉੱਤਮ ਸਖੀ, ਮੈਂ ਉਸ ਗੁਸਾਈ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਕਿਸ ਤਰ੍ਹਾਂ ਜਾਣ ਸਕਦੀ ਹਾਂ। ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਜਾਈ। ਜੋ ਸਾਡੇ ਮਨ ਅੰਦਰ ਮਹਾ ਮੋਹ ਮਾਇਆ ਦਾ ਬਹੁਤ ਭਾਰੀ ਮੋਹ ਹੈ ਤੇ ਨਾਲ ਹੀ ਅਗਿਆਨ ਦਾ ਹਨੇਰਾ ਵੀ ਹੈ। ਸਾਡੇ ਅੰਦਰ ਉਸ ਮਾਇਆ ਦਾ ਪਰਮ ਮੋਹ ਤੇ ਅਗਿਆਨ ਦਾ ਹਨੇਰਾ ਹੈ। ਮੋਹ ਮਨ ਰਹਿਓ ਉਰਜਾਈ, ਤੇ ਸਾਡਾ ਮਨ ਉਸ ਅਗਿਆਨ ਦੇ ਹਨੇਰੇ ਤੇ ਮੋਹ ਮਾਇਆ ਦੇ ਗੁਬਾਰ ਦੇ ਵਿੱਚ ਫਸਿਆ ਹੋਇਆ। ਉਰਜਾਈ ਦਾ ਅਰਥ ਹੁੰਦਾ ਵੀ ਉਲਝ ਜਾਣਾ, ਫਸ ਜਾਣਾ। ਸਾਡਾ ਮਨ ਮਾਇਆ ਦੇ ਮੋਹ ਵਿੱਚ ਤੇ ਅਗਿਆਨ ਦੇ ਹਨੇਰੇ ਵਿੱਚ ਫਸਿਆ ਹੋਇਆ। ਦੱਸੋ ਅਸੀਂ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਸਕਦੇ ਹਾਂ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਗਲ ਜਨ ਭਰਮ ਹੀ ਭ੍ਰਮ ਖੋਇਓ ਨਹਿ ਅਸਰ ਮਤ ਪਾਈ। ਲੋ ਸਾਡੀ ਹਾਲਤ ਇਹ ਹੈ, ਸਾਰਾ ਜਨਮ ਭਰਮ ਹੀ ਭਰਮ ਦੇ ਵਿੱਚ ਖੋਇਓ, ਨਾਸ ਕਰ ਦਿੱਤਾ ਹੈ। ਪਾਉ ਭਰਮ ਦੇ ਵਿੱਚ ਪਿਆ ਹੋਇਆ, ਭੁਲੇਖਿਆਂ ਵਿੱਚ ਹੀ, ਵਹਿਮਾਂ ਦੇ ਵਿੱਚ ਹੀ, ਵਹਿਮਾਂ ਭਰਮਾਂ ਦੇ ਵਿੱਚ ਹੀ ਸਾਰਾ ਜਨਮ ਗਵਾ ਦਿੱਤਾ। ਨਾ ਅਸਰ ਮਤ ਪਾਈ, ਤੇ ਕਦੇ ਅਚਲ ਮਤ ਆਹਰਣ ਮਤ ਵੇਦ ਹਥਿਆਰ। ਆਹਰਣ ਵਰਗੀ ਅਚਲ ਮਤ ਕਦੇ ਪ੍ਰਾਪਤ ਹੀ ਨਹੀਂ ਕੀਤੀ। ਅਡੋਲ ਨਿਸ਼ਚੇ ਵਾਲੀ ਮਤ ਸਾਨੂੰ ਪ੍ਰਾਪਤ ਹੀ ਨਹੀਂ ਹੋਈ। ਬਸ ਜਿਵੇਂ ਕਿਸੇ ਨੇ ਆ ਕੇ ਸਾਨੂੰ ਦੱਸ ਦਿੱਤਾ ਬਈ ਫਲਾਨਾ ਪੰਡਤ ਹੈ, ਫਲਾਨਾ ਪੀਰ ਹੈ, ਉਹ ਤੁਹਾਡੇ ਮਨ ਦੀ ਇੱਛਾ ਪੂਰੀ ਕਰ ਸਕਦਾ ਹੈ, ਤੇ ਉਸੇ ਵੇਲੇ ਉਸ ਪਾਸੇ ਵੱਲ ਨੂੰ ਮਨ ਦੌੜ ਜਾਂਦਾ ਹੈ। ਇਸੇ ਲਈ ਅਚਲ ਮਤ ਉਹ ਹੁੰਦੀ ਹੈ ਜਿਹੜੀ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਾ ਜਾਵੇ। ਮਹਾਂਪੁਰਖ ਇਹ ਵੀ ਬਚਨ ਕਹਿੰਦੇ ਸਨ, ਭਾਵੇਂ ਕੋਈ ਕੰਧਾਂ ਵੀ ਭਜਾ ਕੇ ਦਿਖਾ ਦੇਵੇ ਨਾ, ਪਰ ਗੁਰਸਿੱਖ ਨੂੰ ਗੁਰੂ ਤੇ ਅਟਲ ਵਿਸ਼ਵਾਸ ਹੋਣਾ ਚਾਹੀਦਾ। ਗੁਰਸਿੱਖ ਦਾ ਮਨ ਨਹੀਂ ਡੁੱਲਣਾ ਚਾਹੀਦਾ। ਜਿਵੇਂ ਸੁਹਾਗਣ ਦਾ ਮਨ ਚਾਹੇ ਹੋਰ ਦੁਨੀਆ ਦੇ ਵਿੱਚ ਕਿੰਨੇ ਵੀ ਸੁੰਦਰ ਤੋਂ ਸੁੰਦਰ ਮਨੁੱਖ ਹੋਣ, ਪਰ ਉਹਦਾ ਮਨ ਹੋਰ ਪਾਸੇ ਨਹੀਂ ਡੋਲਦਾ, ਇਸੇ ਤਰ੍ਹਾਂ ਸੁਹਾਗਣ ਵਾਂਗੂ ਗੁਰਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ। ਪਰ ਹਜ਼ੂਰ ਕਹਿੰਦੇ ਨੇ, ਸਗਲ ਜਨਮ ਭਰਮ ਹੀ ਭ੍ਰਮ ਖੋਇਓ। ਸਾਰਾ ਜਨਮ ਭਰਮਾਂ ਦੇ ਵਿੱਚ ਹੀ, ਵਹਿਮਾਂ ਦੇ ਵਿੱਚ ਹੀ ਗੁਆ ਦਿੱਤਾ, ਤੇ ਅਟਲ ਨਿਸ਼ਚੇ ਵਾਲੀ ਬੁੱਧੀ ਪ੍ਰਾਪਤ ਹੀ ਨਹੀਂ ਹੋਈ। ਵਿਖਿਆ ਸ਼ਕਤ ਰਹਿਓ ਨਿਸਬਾਸਰ ਨਹਿ ਛੂਟੀ ਅਦਮਾਈ। ਮੈਂ ਨਿਸਬਾਸਰ ਦਾ ਅਰਥ ਹੈ ਰਾਤ ਦਿਨ ਵਿਸ਼ਿਆਂ ਦੇ ਵਿੱਚ ਹੀ ਅਸ਼ਕਤ ਹੋਇਆ ਰਿਹਾ। 5 ਵਿਸ਼ੇ ਮੰਨੇ ਨੇ, ਸ਼ਬਦ, ਸਪਰਸ, ਰੂਪ, ਰਸ, ਗੰਧ। ਬਸ ਇਹਨਾਂ ਵਿਸ਼ਿਆਂ ਦੇ ਵਿੱਚ ਹੀ ਦਿਨ ਰਾਤ ਅਸ਼ਕਤ ਹੋਇਆ ਰਿਹਾ। ਨਹਿ ਛੂਟੀ ਅਦਮਾਈ। ਅਦਮਾਈ ਦਾ ਅਰਥ ਹੈ ਜਿਹੜੀ ਨੀਚਤਾਈ ਸੀ, ਜਿਹੜੀ ਸਾਡੇ ਮਨ ਦੇ ਵਿੱਚ ਬੁਰੇ ਖਿਆਲ ਆਉਂਦੇ ਨੇ, ਜਿਹਨੂੰ ਆਪਾਂ ਬਦੀ ਕਹਿ ਸਕਦੇ ਹਾਂ। ਨਹਿ ਛੂਟੀ ਅਦਮਾਈ, ਜਿਹੜੀ ਬਦੀ ਸੀ, ਬੁਰਿਆਈ ਸੀ, ਉਹ ਸਾਡੇ ਮਨ ਦੇ ਵਿੱਚੋਂ ਨਹੀਂ ਛੁੱਟ ਸਕੀ। ਸਾਧ ਸੰਗ ਕਬਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ। ਲੋ ਇਸ ਤਰ੍ਹਾਂ ਸਾਡਾ ਜਨਮ ਬਤੀਤ ਹੋ ਰਿਹਾ ਹੈ, ਕਦੇ ਅਸੀਂ ਸਾਧ ਸੰਗ, ਸਾਧੂ ਪੁਰਸ਼ਾਂ ਦਾ ਸੰਗ ਵੀ ਨਹੀਂ ਕੀਤਾ। ਜਿੱਥੇ ਕਿਧਰੇ ਕੋਈ ਕੀਰਤਨ ਕਥਾ ਦਾ ਸਮਾਗਮ ਹੋਵੇ, ਉੱਥੇ ਵੀ ਜਾ ਕੇ ਕਿਧਰੇ ਹਾਜ਼ਰੀ ਨਹੀਂ ਭਰੀ। ਨਹਿ ਕੀਰਤ ਪ੍ਰਭ ਗਾਈ, ਤੇ ਨਾ ਹੀ ਸੰਗਤ ਵਿੱਚ ਬੈਠ ਕੇ ਆਪ ਵਾਹਿਗੁਰੂ ਦੀ ਮਹਿਮਾ ਵਡਿਆਈ ਗਾਇਨ ਕੀਤੀ। ਭਾਵ ਨਾ ਤੇ ਸੰਗਤ ਵਿੱਚ ਆਏ ਬੈਠ ਕੇ ਸੁਣਿਆ, ਤੇ ਨਾ ਹੀ ਬੈਠ ਕੇ ਵਾਹਿਗੁਰੂ ਦੀ ਕੀਰਤਨ ਭਗਤੀ ਨੂੰ ਗਾਇਨ ਕੀਤਾ। ਜਨ ਨਾਨਕ ਮੈਂ ਨਾਹੇ ਕੋ ਗੁਣ ਰਾਖ ਲਿਹੋ ਸਰਨਾਈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਖੀਰ ਤੇ ਸਾਨੂੰ ਸਿੱਖਿਆ ਦਿੰਦੇ ਹਨ ਬਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ, ਰਾਖ ਲਿਹੋ ਸ਼ਰਨਾਈ। ਪਰ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ, ਤੇ ਕਿਰਪਾ ਕਰਕੇ ਮੈਨੂੰ ਰੱਖ ਲਓ, ਕਿਉਂਕਿ ਤੁਹਾਡਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਦਾ। ਅਸੀਂ ਭਾਵੇਂ ਚੰਗੇ ਹਾਂ ਮਾੜੇ ਹਾਂ,
ਬੁਰੇ ਭਲੇ ਹਮ ਥਾਰੇ। ਤੇ ਹੁਣ ਕਿਰਪਾ ਕਰਕੇ ਮਹਾਰਾਜ ਸਾਨੂੰ ਰੱਖ ਲਓ। ਸੋਰਠ ਮਹੱਲਾ ਨਾਵਾਂ, ਮਾਈ ਮਨ ਮੇਰੋ ਬਸ ਨਾਹੀਂ। ਲੋ ਫਿਰ ਮਾਈ ਸ਼ਬਦ ਦੁਆਰਾ ਸਰਬਤ ਮਾਈ ਭਾਈ ਨੂੰ ਸਾਂਝਾ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਹੇ ਮਾਈ, ਹੇ ਉੱਤਮ ਸਖੀ, ਇਹ ਮੇਰਾ ਆਪਣਾ ਮਨ ਵਸ ਵਿੱਚ ਨਹੀਂ ਆਉਂਦਾ। ਨਿਸਬਾਸਰ ਬਿਖੀਅਨ ਕੋ ਧਾਵਤ, ਕਿਹ ਬਿਦ ਰੋਕੋਂ ਤਾਹੇ ਰਹਾਉ। ਇਹ ਰਾਤ ਦਿਨ ਵਿਸ਼ਿਆਂ ਦੇ ਮਗਰ ਹੀ ਦੌੜਿਆ ਫਿਰਦਾ। ਕੋਈ ਸ਼ਬਦ ਗੀਤ ਸੰਗੀਤ ਸੁਣਨ ਵਾਸਤੇ, ਕਦੇ ਕੋਮਲ ਸਪਰਸ਼ ਵਾਸਤੇ, ਕਦੇ ਸੁੰਦਰ ਰੂਪ ਵੱਲ, ਕਦੇ ਕਿਸੇ ਸੁਗੰਧੀ ਵੱਲ, ਕਦੇ ਕਿਸੇ ਰਸ ਵੱਲ। ਇਹ ਵਿਸ਼ਿਆਂ ਦੇ ਮਗਰ ਹੀ ਰਾਤ ਦਿਨ ਦੌੜਿਆ ਫਿਰਦਾ ਹੈ। ਕਿਹ ਬਿਦ ਰੋਕੋ ਤਾਹੀਂ, ਦੱਸੋ ਮੈਂ ਉਸ ਮਨ ਨੂੰ ਕਿਵੇਂ ਰੋਕਾਂ ਜਿਹੜਾ ਵਿਸ਼ਿਆਂ ਦੇ ਮਗਰ ਦੌੜਿਆ ਫਿਰਦਾ। ਉਸ ਮਨ ਨੂੰ ਕਿਵੇਂ ਕਾਬੂ ਕਰਾਂ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ। ਵੇਦ ਪ੍ਰਾਣ ਸਿਮਰਤ ਕੇ ਮਤ ਸੁਣ, ਨਿਮਖ ਨਾਹੀਏ ਬਸਾਵੈ। ਦੇਖ ਲਓ ਸਾਡੇ ਮਨ ਦੀ ਹਾਲਤ ਇਹ ਹੈ, ਜੋ ਵੇਦ ਪੁਰਾਣ ਨੇ, ਸਿਮਰਤੀਆਂ ਦੇ ਮਤ ਸਿਧਾਂਤ ਨੇ, ਉਹਨਾਂ ਨੂੰ ਸੁਣ ਕੇ ਨਿਮਖ ਨਾਹੀਏ ਬਸਾਵੈ। ਨਿਮਖ ਮਾਤਰ ਵੀ, ਇੱਕ ਅੱਖ ਦਾ ਫੋਰਾ ਮਾਤਰ ਵੀ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ। ਭਾਵ ਹੁਣ ਕਈ ਵਾਰੀ ਸੰਗਤ ਕਰਨ ਦਾ ਮੌਕਾ ਮਿਲ ਜਾਂਦਾ ਹੈ, ਜੋ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ, ਬਾਣੀਆਂ ਸਿਰ ਬਾਣੀ, ਹੋਰ ਵੀ ਆਪਾਂ ਵੇਦਾਂ ਪੁਰਾਣਾ ਸਿਮਰਤੀਆਂ ਦੇ ਅਸੀਂ ਪਾਠ ਸੁਣਦੇ ਹਾਂ, ਉਹਨਾਂ ਦੀ ਕਥਾ ਵਿਚਾਰ ਵੀ ਸੁਣਦੇ ਹਾਂ। ਪਰ ਉਹਨਾਂ ਵੇਦਾਂ ਪੁਰਾਣਾ ਸਿਮਰਤੀਆਂ ਦੇ ਮਤ ਸਿਧਾਂਤ ਸੁਣ ਕੇ ਤੇ ਇੱਕ ਵੀ ਗੱਲ ਨਿਮਖ ਦਾ ਅੱਖ ਦੇ ਫੋਰੇ ਮਾਤਰ, ਇੱਕ ਨਿਮਖ ਭਰ ਦੇ ਵਿੱਚ ਕੋਈ ਗੱਲ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ। ਪਰ ਧਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਰਾਵੈ। ਸਾਡੇ ਮਨ ਦੀ ਹਾਲਤ ਕੀ ਹੈ? ਪਰਾਏ ਧਨ ਦੇ ਪਿੱਛੇ ਦੌੜਿਆ ਫਿਰਦਾ, ਪਰਾਈ ਇਸਤਰੀ ਦੇ ਮੋਹ ਪਿਆਰ ਦੇ ਵਿੱਚ ਰਚਿਆ ਮਿਚਿਆ ਫਿਰਦਾ। ਪਰ ਧਨ ਪਰ ਦਾਰਾ ਸਿਉ ਰਚਿਓ, ਪਰਾਏ ਧਨ ਨੂੰ ਚੁਰਾਉਣ ਵਾਸਤੇ ਤੇ ਪਰਾਈ ਇਸਤਰੀ ਨਾਲ ਵਿਕਾਰ ਭੋਗਣ ਦੇ ਵਾਸਤੇ ਉਸੇ ਪਾਸੇ ਮਸਤ ਹੋਇਆ ਰਹਿੰਦਾ। ਬਿਰਥਾ ਜਨਮ ਸਰਾਵੈ। ਇਹਨਾਂ ਪੁੱਠੇ ਕੰਮਾਂ ਦੇ ਵਿੱਚ, ਉਲਟੇ ਕੰਮਾਂ ਦੇ ਵਿੱਚ ਆਪਣਾ ਜਨਮ ਵਿਅਰਥ ਗੁਆਰਿਆ ਹੈ। ਸਿਰਾਵਾ ਦਾ ਅਰਥ ਹੁੰਦਾ ਬਤੀਤ ਕਰਨਾ, ਗਵਾਉਣਾ। ਬਿਰਥਾ ਜਨਮ ਸਿਰਾਵੈ, ਇਹ ਆਪਣਾ ਜਨਮ ਵਿਅਰਥ ਗੁਆਰਿਆ ਹੈ। ਮਦ ਮਾਇਆ ਕੈ ਭਇਓ ਬਾਵਰੋ, ਸੂਝਤ ਨਹਿ ਕਛ ਗਿਆਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਮਾਈ, ਹੇ ਉੱਤਮ ਸਖੀਐ, ਮਹਾਂਪੁਰਖੋ, ਮਦ ਮਾਇਆ ਕੈ ਭਇਓ ਬਾਵਰੋ। ਇਹ ਸਾਡਾ ਮਨ ਮਾਇਆ ਦੇ ਮਦ ਹੰਕਾਰ ਕਰਕੇ, ਮਾਇਆ ਦੇ ਨਸ਼ੇ ਕਰਕੇ ਪਾਗਲ ਹੋਇਆ ਫਿਰਦਾ। ਬਾਵਰ ਕਹਿੰਦੇ ਨੇ ਪਾਗਲ ਨੂੰ, ਝੱਲੇ ਨੂੰ, ਕਮਲੇ ਨੂੰ। ਮਦ ਮਾਇਆ ਕੈ ਭਇਓ ਬਾਵਰੋ, ਮਾਇਆ ਦੇ ਹੰਕਾਰ ਦੇ ਵਿੱਚ ਮਸਤ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਸੂਝਤ ਨਹਿ ਕਛ ਗਿਆਨਾ, ਇਸ ਨੂੰ ਕੋਈ ਆਤਮਾ ਪਰਮਾਤਮਾ ਦਾ ਤੇ ਪਰਮਾਰਥ ਦਾ ਕੋਈ ਗਿਆਨ ਸੁਝਦਾ ਹੀ ਨਹੀਂ ਹੈ। ਘਟ ਹੀ ਪੀਤਰ ਬਸਤ ਨਿਰੰਜਨ, ਤਾਕੋ ਮਰਮ ਨਾ ਜਾਨਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਘਟ ਹੀ ਪੀਤਰ ਬਸਤ ਨਿਰੰਜਨ। ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ ਵਾਹਿਗੁਰੂ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਹੀ ਵਸ ਰਿਹਾ ਹੈ। ਤਾਕੋ ਮਰਮ ਨਾ ਜਾਣਾ, ਪਰ ਉਸ ਦਾ ਮਰਮ ਭੇਤ ਇਸਨੇ ਜਾਣਿਆ ਹੀ ਨਹੀਂ। ਜਬ ਹੀ ਸ਼ਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਜਦੋਂ ਇਹ ਮਨ ਸਾਧ ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਦੁਰਮਤ ਸਗਲ ਬਿਨਾਸੀ, ਫਿਰ ਇਸ ਦੀ ਸਾਰੀ ਖੋਟੀ ਮਤ ਨਾਸ ਹੋ ਗਈ। ਭਾਵ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਦੀ ਮਤ ਨੂੰ ਧਾਰਨ ਕਰ ਲਿਆ, ਤੇ ਗੁਰੂ ਦੀ ਮਤ ਨੂੰ ਧਾਰਨ ਕਰਨ ਦੇ ਨਾਲ ਖੋਟੀ ਮਤ ਸਾਰੀ ਹੀ ਆਪਣੇ ਆਪ ਨਾਸ ਹੋ ਗਈ। ਪਰ ਇੱਕ ਗੱਲ ਯਾਦ ਰੱਖੋ, ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਕ ਬੜੀ ਸੁੰਦਰ ਗੱਲ ਸਮਝਾਈ ਹੈ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਕਿਸੇ ਭਾਂਡੇ ਵਿੱਚ ਕੋਈ ਚੀਜ਼ ਪਾ ਕੇ ਰੱਖੀ ਹੋਈ ਹੈ, ਜੇ ਅਸੀਂ ਉਹਦੇ ਵਿੱਚ ਹੋਰ ਕੋਈ ਵਸਤੂ ਪਾਉਣਾ ਚਾਹੀਏ ਤੇ ਜਿਹੜੀ ਪਹਿਲੀ ਪਾਈ ਹੋਈ ਜਾਂ ਭਰੀ ਹੋਈ ਉਹਨੂੰ ਪਾਸੇ ਕਰਨਾ ਪਵੇਗਾ, ਉਹਨੂੰ ਬਾਹਰ ਢੇਰੀ ਕਰਨਾ ਪਵੇਗਾ। ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਦੇ ਕੋਲ ਆਉਣਾ ਹੈ ਨਾ, ਤੇ ਗੁਰੂ ਦੀ ਮੱਤ ਨੂੰ ਲੈਣਾ ਹੈ,
ਤੇ ਆਪਣੇ ਮਨ ਦੀ ਮਤ ਨੂੰ ਛੱਡਣਾ ਪਏਗਾ। ਮਨ ਕੀ ਮਤ ਤਿਆਗੋ ਹਰਜਨ ਇਹ ਬਾਤ ਕਠਿਨੀ। ਮਨ ਦੀ ਮਤ ਨੂੰ ਛੱਡਣਾ ਬੜੀ ਔਖੀ ਗੱਲ ਹੈ, ਕਿਉਂਕਿ ਹੁਣ ਤੱਕ ਸਾਡੇ ਮਨ ਦੀ ਮਤ ਪ੍ਰਧਾਨ ਬਣੀ ਹੋਈ ਹੈ। ਕੋਈ ਵੀ ਕੰਮ ਕਰਦੇ ਹਾਂ ਜੋ ਮਨ ਕਹਿੰਦਾ ਉਹੀ ਕਰਦੇ ਹਾਂ, ਪਰ ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਬਹੁਤ ਔਖੀ ਗੱਲ ਹੈ। ਪਰ ਹਜ਼ੂਰ ਕਹਿੰਦੇ ਨੇ, ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਤੇ ਸਤਿਗੁਰੂ ਦੀ ਮਤ ਨੂੰ ਧਾਰਨ ਕੀਤਾ ਤੇ ਉਸਨੇ ਖੋਟੀ ਮਤ ਸਾਡੀ ਸਾਰੀ ਨਾਸ ਕਰ ਦਿੱਤੀ। ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਫਿਰ ਅਸੀਂ ਉਸ ਚਿੰਤਾਮਣੀ ਵਾਂਗੂ ਸਾਰੀਆਂ ਚਿਤਵਣੀਆਂ ਪੂਰੀਆਂ ਕਰਨ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹਨੂੰ ਚੇਤੇ ਕੀਤਾ। ਤਬ ਨਾਨਕ ਚੇਤਿਓ ਚਿੰਤਾਮਨ, ਚਿੰਤਾਮਣੀ ਤੋਂ ਭਾਵ ਹੈ ਨਾਮ ਦੀ। ਅਸੀਂ ਵਾਹਿਗੁਰੂ ਦੇ ਨਾਮ ਨੂੰ ਚੇਤੇ ਕੀਤਾ। ਕਾਟੀ ਜਮ ਕੀ ਫਾਸੀ, ਤੇ ਉਸ ਨਾਮ ਨੇ ਸਾਡੀ ਜਮਾਂ ਦੀ ਫਾਹੀ ਵੀ ਕੱਟ ਦਿੱਤੀ। ਏਕ ਚਿਤ ਜੇ ਇਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਅਫਰਿਓ ਜਮ ਪਕੜਿਆ ਨਾ ਜਾਈ। ਜਿਹੜਾ ਜਮ ਐਸਾ ਆਫਰਿਆ ਹੋਇਆ ਹੈ ਉਹ ਕਿਸੇ ਤੋਂ ਪਕੜਿਆ ਨਹੀਂ ਜਾਂਦਾ। ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੇ ਨੇੜ ਨਾ ਜਾਈ। ਸ਼ਬਦ ਸੁਣੇ ਜਮ ਦੂਰੋਂ ਭਾਗੈ, ਮਤ ਮਾਰੇ ਹਰਿ ਜੀਓ ਬੇਪਰਵਾਹ ਹੈ। ਜਿੱਥੇ ਗੁਰੂ ਕਾ ਸ਼ਬਦ ਆ ਜਾਂਦਾ ਨਾ, ਉੱਥੇ ਜਮ ਨੇੜੇ ਨਹੀਂ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਮੈਂ ਵਾਹਿਗੁਰੂ ਦੇ ਨਾਮ ਨੂੰ ਚੇਤੇ ਕੀਤਾ, ਕਾਟੀ ਜਮ ਕੀ ਫਾਸੀ, ਉਸ ਨਾਮ ਨੇ ਜਮਾਂ ਦੀ ਫਾਹੀ ਕੱਟ ਦਿੱਤੀ। ਸੋਰਠ ਮਹੱਲਾ ਨਾਵਾਂ ਰੇ ਨਾਰ ਇਹ ਸਾਚੀ ਜੀ ਧਾਰ। ਲਓ ਹੁਣ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਮਨ ਨੂੰ ਫਿਰ ਅੱਗੇ ਵੈਰਾਗਮਈ ਉਪਦੇਸ਼ ਦਿੰਦੇ ਹਨ। ਰੇ ਨਰ, ਪਹਿਲਾਂ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ, ਫਿਰ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਦੋ ਸ਼ਬਦਾਂ ਵਿੱਚ ਉਪਦੇਸ਼ ਦਿੱਤਾ, ਤੇ ਹੁਣ ਰੇ ਨਰ ਮਨੁੱਖ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਰੇ ਨਰ ਇਹ ਸਾਚੀ ਜੀ ਧਾਰ, ਹੇ ਮਨੁੱਖ ਇਹ ਇੱਕ ਸੱਚੀ ਗੱਲ ਹੈ ਤੇ ਇਹਨੂੰ ਆਪਣੇ ਦਿਲ ਵਿੱਚ ਧਾਰਨ ਕਰ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ ਰਹਾਉ। ਇਹ ਸਾਰਾ ਸੰਸਾਰ ਇਸ ਤਰ੍ਹਾਂ ਹੈ ਜਿਵੇਂ ਰਾਤ ਨੂੰ ਅਸੀਂ ਸੁਪਨਾ ਵੇਖਦੇ ਹਾਂ। ਜਿੰਨਾ ਚਿਰ ਆਦਮੀ ਸੁੱਤਾ ਹੋਵੇ ਉਸ ਵੇਲੇ ਸੁਪਨਾ ਸੱਚਾ ਦਿਖਾਈ ਦਿੰਦਾ ਹੈ, ਤੇ ਜਦੋਂ ਜਾਗ ਆ ਜਾਵੇ ਬਿਨਸਤ ਲਗਤ ਨਾ ਬਾਰ, ਉਹਨੂੰ ਨਾ ਸੁਣਦਿਆਂ ਦੇਰ ਨਹੀਂ ਲੱਗਦੀ। ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ। ਜਿਵੇਂ ਅਸੀਂ ਰਾਤ ਨੂੰ ਸੁਪਨਾ ਵੇਖਦੇ ਹਾਂ, ਜਿੰਨਾ ਚਿਰ ਆਦਮੀ ਸੁੱਤਾ ਹੋਵੇ ਸੁਪਨਾ ਸੱਚਾ ਪ੍ਰਤੀਤ ਹੁੰਦਾ ਹੈ, ਜਦੋਂ ਅੱਖ ਖੁੱਲ ਜਾਵੇ ਤੇ ਸੁਪਨਾ ਝੂਠਾ ਸਿੱਧ ਹੁੰਦਾ ਹੈ। ਇਸੇ ਤਰ੍ਹਾਂ ਜਿੰਨਾ ਚਿਰ ਮੋਹ ਮਾਇਆ ਦੀ ਅਗਿਆਨ ਦੀ ਨੀਂਦ ਵਿੱਚ ਅਸੀਂ ਸੁੱਤੇ ਹੋਏ ਹਾਂ, ਉਨਾ ਚਿਰ ਸੰਸਾਰ ਵੀ ਸੱਚਾ ਲੱਗਦਾ। ਜਦੋਂ ਗਿਆਨ ਦੀ ਅੱਖ ਖੁੱਲ ਜਾਂਦੀ ਹੈ, ਅੰਦਰੋਂ ਮਨ ਜਾਗ ਪੈਂਦਾ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ, ਤੇ ਉਸ ਵੇਲੇ ਸੰਸਾਰ ਝੂਠਾ ਸੁਪਨਾ ਬਣਦਿਆਂ ਦੇਰ ਨਹੀਂ ਲੱਗਦੀ। ਇਸੇ ਲਈ ਹਜ਼ੂਰ ਸਾਡੇ ਮਨ ਨੂੰ ਕਹਿੰਦੇ ਨੇ ਕਿ ਐ ਮਨੁੱਖ, ਤੂੰ ਇਸ ਗੱਲ ਨੂੰ ਸੱਚੀ ਜਾਣ ਤੇ ਆਪਣੇ ਦਿਲ ਵਿੱਚ ਧਾਰਨ ਕਰ। ਸਾਰਾ ਸੰਸਾਰ ਇਸ ਤਰ੍ਹਾਂ ਹੈ ਜਿਵੇਂ ਸੁਪਨਾ ਹੁੰਦਾ, ਇਹਨੂੰ ਨਾ ਸੁਣਦਿਆਂ ਕੋਈ ਦੇਰ ਨਹੀਂ ਲੱਗਦੀ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਆਖਦੇ ਹਨ, ਬਾਰੂ ਪੀਤ ਬਨਾਈ ਰਾਚ ਪਾਚ ਰਹਿਤ ਨਹੀਂ ਦਿਨ ਚਾਰ। ਜਿਵੇਂ ਕਿਸੇ ਮਨੁੱਖ ਨੇ, ਬਾਰੂ ਦਾ ਅਰਥ ਹੈ ਜਿਹੜਾ ਕੱਕਾ ਰੇਤਾ ਹੁੰਦਾ, ਬਰੇਤੀ ਹੁੰਦੀ ਹੈ। ਬਾਰੂ ਪੀਤ ਬਨਾਈ ਰਾਚ ਪਾਚ, ਕੱਲੇ ਰੇਤੇ ਦੀ ਕੰਧ ਤੇ ਪਾਣੀ ਨਾਲ ਲਿੰਬ ਪੋਚ ਕੇ, ਰਾਜਪਾਚ ਦਾ ਅਰਥ ਹੈ ਵੀ ਲਿੰਬ ਪੋਚ ਕੇ। ਜਿਵੇਂ ਕੋਈ ਆਦਮੀ ਕੱਲੀ ਰੇਤੇ ਦੀ ਕੰਧ ਨੂੰ ਪਾਣੀ ਦੇ ਨਾਲ ਭਿਉਂ ਕੇ ਲਿੰਬ ਪੋਚ ਕੇ ਬਣਾਉਂਦਾ ਹੈ, ਰਹਿਤ ਨਹੀਂ ਦਿਨ ਚਾਰ, ਉਹ 4 ਦਿਨ ਵੀ ਨਹੀਂ ਰਹਿੰਦੀ। ਕਿਉਂਕਿ ਜਿਹੜੀ ਕੱਲੀ ਰੇਤੇ ਦੀ ਕੰਧ ਹੈ, ਤੇ ਜਦੋਂ ਹਵਾ ਲੱਗਦੀ ਹੈ ਤੇ ਉਹ ਰੇਤਾ ਉਹ ਸਰਕਣ ਲੱਗ ਜਾਂਦਾ। ਧੁੱਪ ਦੇ ਨਾਲ ਜਦੋਂ ਪਾਣੀ ਸੁੱਕ ਜਾਂਦਾ ਹੈ, ਰੇਤੇ ਦੀ ਕੰਧ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਜਿਵੇਂ ਰੇਤੇ ਦੀ ਕੰਧ ਲਿੰਬ ਪੋਚ ਕੇ ਕਿਸੇ ਨੇ ਬਣਾਈ, ਉਹ 4 ਦਿਨ ਵੀ ਨਹੀਂ ਰਹਿੰਦੀ। ਜਦੋਂ ਉਸ ਨੂੰ ਧੁੱਪ ਲੱਗੀ, ਪਾਣੀ ਸੁੱਕ ਗਿਆ, ਤੇ ਫਿਰ ਉਸੇ ਵੇਲੇ ਰੇਤੇ ਦੀ ਕੰਧ ਸਾਰੀ ਡਿੱਗ ਪੈਂਦੀ ਹੈ।
तैसे ही ये सुख माया के और जो कहाँ गवार। ओए मूर्खा, इसे तरह ही सारे माया दे सुख ने। ਇਹ ਵੀ ਇੱਕ ਰੇਤੇ ਦੀ ਕੰਧ ਹੈ, ਇਹਨੇ ਹਮੇਸ਼ਾ ਨਹੀਂ ਰਹਿਣਾ। ਮਾਇਆ ਦੇ ਸੁੱਖਾਂ ਨੇ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਤੇ ਹੋਰ ਵੀ ਉਦਾਹਰਣ ਦਿੱਤੀ ਹੈ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਮਾਇਆ ਦੇ ਛਲ ਰੂਪ ਹੈ। ਜਿਵੇਂ ਕੱਖਾਂ ਦੀ ਅੱਗ ਬਹੁਤੀ ਦੇਰ ਨਹੀਂ ਬਲਦੀ, ਬੱਦਲ ਦੀ ਛਾਂ ਵੀ ਬਹੁਤਾ ਚਿਰ ਨਹੀਂ ਰਹਿੰਦੀ, ਹੜ ਦਾ ਪਾਣੀ ਵੀ ਬਹੁਤਾ ਚਿਰ ਨਹੀਂ ਰਹਿੰਦਾ, ਇਸੇ ਤਰ੍ਹਾਂ ਇਹ ਸਾਰੇ ਮਾਇਆ ਦੇ ਸੁੱਖ ਨੇ। ਔਰ ਜੋ ਕਹਾਂ ਗਵਾਰੋ ਮੂਰਖਾ, ਕਿੱਥੇ ਤੂੰ ਇਹਨਾਂ ਦੇ ਵਿੱਚ ਫਸਿਆ ਹੋਇਆ। ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਲੋ ਹਜ਼ੂਰ ਕਹਿੰਦੇ ਨੇ, ਐ ਮਨੁੱਖ ਹਾਲੇ ਵੀ ਸਮਝ ਲੈ, ਹਾਲੇ ਵੀ ਸਮਝ ਲੈ, ਹਾਲੇ ਤੇਰਾ ਕੁਛ ਨਹੀਂ ਵਿਗੜਿਆ। ਜਿਵੇਂ ਇੱਕ ਪੁਰਾਣੀ ਕਹਾਵਤ ਹੈ, ਕਹਿੰਦੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਹਾਲੇ ਵੀ ਸਮਝ ਹੈ। ਭਜ ਲੈ ਨਾਮ ਮੁਰਾਰ, ਤੂੰ ਹਾਲੇ ਵੀ ਵਾਹਿਗੁਰੂ ਦਾ ਨਾਮ ਜਪ ਲੈ, ਚੰਗੀ ਗੱਲ ਹੈ। ਕਹੋ ਨਾਨਕ ਨਿਜ ਮਤ ਸਾਧਨ ਕਉ, ਭਾਖਿਓ ਤੋਹੇ ਪੁਕਾਰ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਇਹ ਮਨੁੱਖ ਵੀ ਆਪਣੇ ਮਤ ਨੂੰ ਸਿੱਧ ਕਰਨ ਦੇ ਵਾਸਤੇ ਤੈਨੂੰ ਯਤਨ ਕਰਨਾ ਚਾਹੀਦਾ। ਆਪਣਾ ਜੋ ਤੇਰਾ ਮਤ ਹੈ, ਜੋ ਆਪਣਾ ਤੇਰਾ ਜ਼ਿੰਦਗੀ ਦਾ ਪ੍ਰਯੋਜਨ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇਹ ਸੰਜਰੀਆ। ਇਹ ਆਪਣੇ ਮਤ ਨੂੰ, ਆਪਣੇ ਜੀਵਨ ਦੇ ਇਸ ਤੱਥ ਨੂੰ ਸਿੱਧ ਕਰਨ ਵਾਸਤੇ, ਭਾਵ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਤੈਨੂੰ ਯਤਨ ਕਰਨਾ ਚਾਹੀਦਾ ਹੈ। ਭਾਖਿਓ ਤੋਹੇ ਪੁਕਾਰ, ਤੇ ਅਸੀਂ ਤੈਨੂੰ ਪੁਕਾਰ ਪੁਕਾਰ ਕੇ, ਉੱਚੀ ਬੋਲ ਬੋਲ ਕੇ ਤੈਨੂੰ ਦੱਸ ਦਿੱਤਾ ਸਾਰੀ ਗੱਲ। ਹੁਣ ਤੇਰੀ ਮਰਜ਼ੀ, ਤੂੰ ਆਪਣੇ ਮਤ ਨੂੰ, ਆਪਣੇ ਜੀਵਨ ਦੇ ਮਨੋਰਥ ਨੂੰ ਕਿਵੇਂ ਸਿੱਧ ਕਰਨਾ। ਨਿਜ ਮਤ ਦਾ ਅਰਥ ਹੋ ਗਿਆ ਆਪਣਾ ਪ੍ਰਯੋਜਨ, ਆਪਣੇ ਜੀਵਨ ਦਾ ਉਦੇਸ਼, ਆਪਣੇ ਜੀਵਨ ਦਾ ਲਕਸ਼ ਸਿੱਧ ਕਰਨ ਵਾਸਤੇ ਤੈਨੂੰ ਇਹ ਉਪਦੇਸ਼ ਦਿੱਤਾ ਹੈ ਤੇ ਉੱਚੀ ਬੋਲ ਕੇ ਦਿੱਤਾ। ਹੁਣ ਤੇਰੀ ਮਰਜ਼ੀ, ਤੂੰ ਆਪਣੇ ਇਸ ਪ੍ਰਯੋਜਨ ਨੂੰ ਸਿੱਧ ਕਰਨਾ ਹੈ ਕਿ ਨਹੀਂ ਕਰਨਾ। ਜਿਹੜਾ ਮਤ ਸ਼ਬਦ ਹੈ, ਇਹਦੇ ਵਿਦਵਾਨਾਂ ਨੇ ਵੱਖੋ ਵੱਖਰੇ ਅਰਥ ਵੀ ਕੀਤੇ ਨੇ। ਕਹੋ ਨਾਨਕ ਨਿਜ ਮਤ ਸਾਧਨ ਕੋ, ਵੀ ਨਿਜ ਮਤ ਦਾ ਮੁੱਖ ਅਰਥ ਤਾਂ ਹੋ ਗਿਆ ਵੀ ਆਪਣੇ ਜੀਵਨ ਦਾ ਪ੍ਰਯੋਜਨ, ਆਪਣੇ ਜੀਵਨ ਦਾ ਉਦੇਸ਼, ਆਪਣੇ ਜੀਵਨ ਦਾ ਤੱਥ, ਆਪਣੇ ਜੀਵਨ ਦਾ ਜੋ ਅਸਲੀ ਲਕਸ਼ ਹੈ। ਤੇ ਦੂਸਰਾ ਮਤ ਦਾ ਅਰਥ ਖਿਆਲ ਵੀ ਕੀਤਾ ਹੈ। ਕਹੋ ਨਾਨਕ ਨਿਜ ਮਤ ਸਾਧਨ ਕੋ, ਵੀ ਆਪਣਾ ਜਿਹੜਾ ਖਿਆਲ ਸੀ, ਜੋ ਸਾਧੂਆਂ ਵੀ ਆਪਣਾ ਖਿਆਲ ਸਾਧਨ ਵਾਸਤੇ ਤੈਨੂੰ ਇਹ ਜੋ ਸਾਧੂਆਂ ਦਾ ਆਪਣਾ ਖਿਆਲ ਸੀ ਉਹ ਤੈਨੂੰ ਬੋਲ ਕੇ ਦੱਸ ਦਿੱਤਾ ਹੈ। ਤੇ ਤੀਸਰਾ ਮਤ, ਕੁਛ ਵਿਦਵਾਨਾਂ ਨੇ ਜਿਹੜਾ ਮਤ ਪਾਠ ਇੱਥੇ ਔਂਕੜ ਦੇ ਨਾਲ ਆਇਆ, ਪਰ ਉਹ ਕਹਿੰਦੇ ਨੇ ਇੱਥੇ ਜੇ ਸਿਹਾਰੀ ਲੱਗੀ ਹੋਵੇ, ਕਹੋ ਨਾਨਕ ਨਿਜ ਮਤ ਸਾਧਨ ਕੋ, ਵੀ ਆਪਣੀ ਮਤ ਨੂੰ, ਆਪਣੀ ਬੁੱਧੀ ਨੂੰ ਸਾਧਨ ਦਾ ਉਪਦੇਸ਼ ਬਣਦਾ। ਪਰ ਇੱਥੇ ਆਮ ਪ੍ਰਚਲਿਤ ਸਰੂਪਾਂ ਦੇ ਵਿੱਚ ਮਤ ਤੱਤੇ ਨਾਲ, ਔਂਕੜ ਨਾਲ ਹੀ ਆਇਆ ਹੈ। ਪਰ ਇਹ ਵੀ ਪਤਾ ਲੱਗਿਆ ਕੁਛ ਸਰੂਪਾਂ ਦੇ ਵਿੱਚ ਮਤ ਮੁਕਤਾ ਵੀ ਤੱਤਾ ਆਇਆ ਤੇ ਇੱਥੇ ਆਮ ਜਿਹੜਾ ਪ੍ਰਚਲਿਤ ਸਰੂਪਾਂ ਦੇ ਵਿੱਚ ਔਂਕੜ ਦੇ ਨਾਲ ਆਇਆ ਤੇ ਉਹ ਕੁਛ ਵਿਦਵਾਨਾਂ ਨੇ ਮਤ ਸਿਹਾਰੀ ਨਾਲ ਵੀ ਮੰਨਿਆ ਹੈ। ਪਰ ਮੁੱਖ ਪਾਠ ਜਿਵੇਂ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਇਹਦੇ ਅਨੁਸਾਰ ਹੀ ਸਾਨੂੰ ਅਰਥ ਕਰਨਾ ਚਾਹੀਦਾ ਹੈ ਵੀ ਆਪਣਾ ਮਤ ਆਪਣੇ ਜੀਵਨ ਦਾ ਮਨੋਰਥ ਸਿੱਧ ਕਰਨ ਵਾਸਤੇ ਤੈਨੂੰ ਇਹ ਉਪਦੇਸ਼ ਦਿੱਤਾ ਹੈ ਤੇ ਤੂੰ ਇਸ ਨੂੰ ਕਮਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਜ ਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕਉ, ਭਾਖਿਓ ਤੋਹੇ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।